Hey there, this is Simran from IELTS with Simran. Welcome to my YouTube channel. So आज ਆਪਾਂ ਇਸ ਵੀਡੀਓ ਵਿੱਚ ਸਿੱਖਾਂਗੇ ਕਿ ਰਾਈਟਿੰਗ ਟਾਸਕ 2 ਦਾ to what extent do you agree or disagree essay ਕਿਸ ਤਰੀਕੇ ਨਾਲ ਲਿਖੀਏ to get 7+ span score in writing module. So let's begin. So ਜਦੋਂ ਵੀ ਆਪਾਂ ਟਾਸਕ 2 ਐਸੇ ਕਰਨਾ ਹੈ, ਸਭ ਤੋਂ ਪਹਿਲੀ ਚੀਜ਼ ਐਂਡ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਐਸੇ ਪਲੈਨਿੰਗ ਐਂਡ ਹਰ ਇੱਕ ਸਟੂਡੈਂਟ ਨੂੰ ਐਸੇ ਪਲੈਨਿੰਗ ਕਰਨੀ ਬਹੁਤ ਜ਼ਰੂਰੀ ਹੈ ਬਿਕਾਜ਼ ਅਗਰ ਆਪਾਂ ਐਸੇ ਨੂੰ ਪਲਾਨ ਨਹੀਂ ਕਰਦੇ ਤਾਂ ਮੇ ਬੀ ਜਦੋਂ ਆਪਾਂ ਐਸੇ ਲਿਖ ਰਹੇ ਹੋਵਾਂਗੇ ਤਾਂ ਦੇਰ ਆਰ ਮੋਰ ਚਾਂਸਿਸ ਆਫ ਕਨਫਿਊਜ਼ਨ। ਸੋ ਸਭ ਤੋਂ ਪਹਿਲਾਂ ਐਸੇ ਪਲੈਨਿੰਗ ਕਰਨ ਦੇ ਲਈ ਵੀ ਹੈਵ ਟੂ ਪਲਾਨ ਦ ਐਸੇ ਅਕੋਰਡਿੰਗ ਟੂ ਦ 4 ਇਵੈਲੂਏਟਿੰਗ ਫੈਕਟਰਸ। ਐਜ਼ ਵੀ ਨੋ ਕਿ ਰਾਈਟਿੰਗ ਨੂੰ ਇਵੈਲੂਏਟ ਕਰਨ ਦੇ ਜਿਹੜੇ 4 ਫੈਕਟਰਸ ਨੇ, ਥੀਜ਼ ਆਰ ਟਾਸਕ ਰਿਸਪੌਂਸ, cohesion and coherence, lexical resources and grammatical range and accuracy। ਜਦੋਂ ਵੀ ਤੁਸੀਂ ਐਸੇ ਨੂੰ ਲਿਖਣਾ ਸਟਾਰਟ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਹੀ ਤੁਹਾਡੇ ਮਾਈਂਡ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਦਾਂ ਐਸੇ ਨੂੰ ਲਿਖਣਾ ਹੈ, ਕਿਹੜੀ ਵੋਕੈਬਲਰੀ ਯੂਜ਼ ਕਰਨੀ ਹੈ ਐਂਡ ਕਿਹੜੇ ਗ੍ਰਾਮੈਟੀਕਲ ਸੈਂਟੈਂਸ ਸਟਰਕਚਰ ਆਪਾਂ ਯੂਜ਼ ਕਰਨੇ, ਰਾਈਟ। ਸੋ ਹਮੇਸ਼ਾ ਆਪਣੀ ਸ਼ੀਟ 'ਤੇ ਰਾਈਟ ਹੈਂਡ ਕਾਰਨਰ ਦੇ ਉੱਤੇ ਤੁਸੀਂ ਇਹ ਚੀਜ਼ਾਂ ਦੇ ਪੁਆਇੰਟਸ ਲਿਖ ਲੈਣੇ ਆ। ਸੋ ਐਜ਼ ਵੀ ਨੋ ਆਪਣੇ ਕੋਲ ਜਿਹੜਾ ਅੱਜ ਦਾ ਟਾਸਕ ਹੈ ਦੈਟ ਇਜ਼ ਟੂ ਵਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਅਗਰੀ, ਰਾਈਟ। ਟੂ ਵਟ ਐਕਸਟੈਂਟ ਹੈ, ਇਟ ਮੀਨਸ ਵੀ ਹੈਵ ਟੂ ਈਦਰ we can go 100% agree or disagree or we can present 70-30 ideas about that thing कि या तो आप completely ही agree जा सकते हैं या आप 70-30 presentation कर सकते हैं, right। so task response suppose I want to go 100% तो मैं लिख लूँगी कि मैं 100% agree या 100% disagree ही जाना है, right। कोहीजन एंड कोहेरेंस यूजली सारे स्टूडेंट्स ਨੂੰ ਕਨੈਕਟਰਸ ਨੇ ਜਿਹੜੇ ਉਹ ਮੈਮੋਰਾਈਜ਼ਡ ਹੁੰਦੇ ਨੇ। ਸੋ ਕੋਹੀਜਨ ਐਂਡ ਕੋਹਰੈਂਸ ਦੇ ਲਈ ਯੂ ਜਸਟ ਨੀਡ ਟੂ ਮੈਂਸ਼ਨ ਕਿ ਹਾਂ ਮੈਂ ਜੋ ਅਗਰ ਐਗਜ਼ਾਮਪਲ ਲਿਖਣੀ ਹੈ ਤਾਂ ਆਈ ਵਿਲ ਰਾਈਟ ਐਗਜ਼ਾਮਪਲ instead of example I would write instance or you can also write interpretation, right। ਤਾਂ ਇਹੀ ਚੀਜ਼ ਜਿਵੇਂ ਤੁਸੀਂ ਰਿਜ਼ਲਟ ਲਿਖਣਾ ਹੈ ਤਾਂ you should write ਕਿ ਮੈਂ consequently ਦੇ ਨਾਲ ਰਿਜ਼ਲਟ ਲਿਖੂੰਗੀ ਜਾਂ as a result ਦੇ ਨਾਲ ਰਿਜ਼ਲਟ ਲਿਖੂੰਗੀ, ਇਹ ਚੀਜ਼ ਮੈਂਸ਼ਨ ਕਰ ਲਈ। ਦੈਨ ਤੁਸੀਂ 2-4 ਇੱਕ ਇਹੋ ਜਿਹੇ ਯੂਨੀਕ ਵਰਡਸ ਨੂੰ ਥਿੰਕ ਕਰੋ ਜੋ ਤੁਹਾਡੇ ਟੌਪਿਕ ਨੂੰ ਸਪੈਸੀਫਾਈ ਕਰਦੇ ਨੇ, ਰਾਈਟ। ਸੋ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਦੈਟ ਇਜ਼ ਰਿਲੇਟਡ ਟੂ ਕਮਿਊਨੀਕੇਸ਼ਨ ਟੈਕਨੋਲੋਜੀ, ਜਿਸ 'ਚ ਸਮਾਰਟਫੋਨਸ, ਮੋਬਾਈਲ ਫੋਨਸ, ਇਹ ਸਭ ਚੀਜ਼ਾਂ ਆਉਂਦੀਆਂ ਨੇ। ਸੋ ਇਸ ਦੇ ਰਿਲੇਟਡ ਵੀ ਵਿਲ ਰਾਈਟ ਦ words like we have a word portable communication, then we can write the word technology ਆਪਾਂ use ਕਰ ਸਕਦੇ ਹਾਂ, then we can write the word applications ਕਿਉਂਕਿ ਫੋਨ ਦੇ ਰਿਲੇਟਡ ਹੈ। ਤਾਂ ਇੱਦਾਂ ਜਿੰਨੇ ਵੀ ਵਰਡਸ ਤੁਹਾਨੂੰ ਇੱਕ ਵਾਰ ਯਾਦ ਆਉਂਦੇ ਨੇ 1 ਤੋਂ 2 ਮਿੰਟ ਲਗਾ ਕੇ ਤੁਸੀਂ ਸਾਰੇ ਵਰਡਸ ਨੂੰ ਨੋਟ ਡਾਊਨ ਕਰ ਲੈਣਾ, ਰਾਈਟ। ਸਿਮਿਲਰਲੀ ਗ੍ਰਾਮੈਟੀਕਲ ਰੇਂਜ ਨੂੰ ਵਧਾਉਣ ਦੇ ਲਈ ਬਿਕਾਜ਼ ਐਕੂਰੇਸੀ ਤਾਂ ਆਪਾਂ ਲਿਖਦੇ ਹੋਏ ਆਪਣੇ ਪ੍ਰੀਵੀਅਸ ਲਾਈਕ ਪ੍ਰੈਕਟਿਸ 'ਤੇ ਡਿਪੈਂਡ ਕਰਦੀ ਹੈ ਕਿ ਆਪਾਂ ਐਕੂਰੇਸੀ ਕਿੰਨੀ ਲਿਆਉਂਦੇ ਹਾਂ ਗ੍ਰਾਮਰ 'ਚ, ਬਟ ਗ੍ਰਾਮੈਟੀਕਲ ਰੇਂਜ ਤੁਸੀਂ ਵਧਾ ਸਕਦੇ ਹੋ। ਤੁਸੀਂ ਯਾਦ ਕਰ ਸਕਦੇ ਹੋ ਦੈਟ ਆਈ ਵੁੱਡ ਯੂਜ਼ ਡਿਸਪਾਈਟ ਆਫ ਕਨੈਕਟਰ कि डिस्पाइट ऑफ वाला सेंटेंस स्ट्रक्चर में यूज़ करना है, या मैं ऑल्दो दे नाल सेंटेंस बनाना है, या मैं एज दे नाल सेंटेंस बनाना है, या मैं नोट ओनली बट ऑल्सो दा स्ट्रक्चर यूज़ करना है। मीनस तुसीं 3 ਤੋਂ 4 ਇਹੋ ਜਿਹੇ स्ट्रक्चर्स यूज़ करने ही करने ने टू स्कोर 8+ स्पैन स्कोर इन राइटिंग मॉड्यूल, राइट। सो ਜਦੋਂ ਤੁਸੀਂ ਇਹ ਚੀਜ਼ਾਂ ਲਿਖ ਲੀਆਂ ਤਾਂ ਇਹਨਾਂ ਨੂੰ ਦੇਖਦੇ ਹੋਏ ਹੀ ਆਪਣਾ ਜਿਹੜਾ ਆਪਣਾ ਰਾਈਟਿੰਗ ਟਾਸਕ ਹੈ ਉਹਨੂੰ ਆਪਾਂ ਨੋਟ ਡਾਊਨ ਕਰਾਂਗੇ, ਰਾਈਟ। ਹੁਣ ਸਭ ਤੋਂ ਪਹਿਲੀ ਚੀਜ਼ ਕਿ ਆਪਾਂ ਨੂੰ ਟਾਸਕ ਸਟੇਟਮੈਂਟ ਨੂੰ ਸਮਝਣ ਦੀ ਜ਼ਰੂਰਤ ਹੈ, ਰਾਈਟ। ਸੋ ਆਰ ਟਾਸਕ ਸਟੇਟਮੈਂਟ ਇਜ਼ ਦ ਰੈਪਿਡ ਡਿਵੈਲਪਮੈਂਟ। ਰੈਪਿਡ ਇਜ਼ ਐਨ ਐਡਜੈਕਟਿਵ। ਰੈਪਿਡ ਦਾ ਮਤਲਬ ਤੇਜ਼ੀ ਨਾਲ ਜਿਹੜੀ ਹੋ ਰਹੀ ਹੈ, ਰਾਈਟ। ਮੀਨਸ ਆਪਾਂ ਜੋ ਵੀ ਪੁਆਇੰਟਸ ਲਿਖਾਂਗੇ ਉਹ ਇਹ ਇੰਡੀਕੇਟ ਕਰਦੇ ਹੋਣੇ ਚਾਹੀਦੇ ਨੇ ਕਿ ਆਪਾਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ, ਫਾਸਟ ਅੱਗੇ ਵਧ ਰਹੇ ਹਾਂ, ਰਾਈਟ। ਡਿਵੈਲਪਮੈਂਟ ਮੀਨਸ ਗਰੋਥ। the rapid development of communication technology such as ਇਹਨਾਂ ਨੇ ਆਪਾਂ ਨੂੰ ਐਗਜ਼ਾਮਪਲਸ ਪ੍ਰੈਜ਼ੈਂਟ ਕੀਤਾ ਨੇ ਕਿ ਤੁਸੀਂ ਇਹਨਾਂ ਨੂੰ ਹੀ ਮੇਨ ਪੁਆਇੰਟ ਰੱਖਣਾ ਹੈ, ਰਾਈਟ। ਸਮਾਰਟਫੋਨਸ, ਟੈਬਲੇਟਸ ਔਰ ਅਦਰ ਮੋਬਾਈਲ ਫੋਨਸ हैज़ मोर डिसएडवांटेजेस दैन एडवांटेजेस। ਇਹ ਥੋੜਾ ਜਿਹਾ ਕਨਫਿਊਜ਼ ਕਰਨ ਦੇ ਲਈ ਇਹਨਾਂ ਨੇ ਆਪਾਂ ਨੂੰ ਸਟੇਟਮੈਂਟ ਨੂੰ ਕਨਫਿਊਜ਼ ਕਰਕੇ ਪ੍ਰੈਜ਼ੈਂਟ ਕੀਤਾ ਹੈ ਬਿਕਾਜ਼ ਇੱਕ ਸਟੂਡੈਂਟ ਨੂੰ ਲੱਗੇਗਾ ਕਿ ਸ਼ਾਇਦ ਇਹ ਐਡਵਾਂਟੇजेस ਡਿਸਐਡਵਾਂਟੇजेस ਦਾ ਐਸੇ ਹੈ, ਬਟ ਦ ਮੇਨ ਕੁਐਸਚਨ ਇਜ਼ ਟੂ ਵਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਅਗਰੀ, ਜਿਹਦੇ ਪਿੱਛੇ ਕੁਐਸਚਨ ਮਾਰਕ ਲੱਗਾ ਹੋਇਆ, ਰਾਈਟ। ਸੋ ਇਹ ਜਿੰਨੀ ਵੀ ਸਟੇਟਮੈਂਟ ਹੈ ਇਹਨੂੰ ਆਪਾਂ ਕੰਸੀਡਰ ਕਰਾਂਗੇ ਐਜ਼ ਆਰ ਟਾਸਕ ਸਟੇਟਮੈਂਟ। ਇਨ ਆਪਣਾ ਕੁਐਸਚਨ ਸੇਮ ਉਹੀ ਰਹੇਗਾ, ਅਗਰੀ ਔਰ ਡਿਸਅਗਰੀ ਦਾ, ਰਾਈਟ। ਬਟ ਆਪਾਂ ਪ੍ਰੈਜ਼ੈਂਟੇਸ਼ਨ ਇਸ ਤਰੀਕੇ ਨਾਲ ਕਰਨੀ ਹੈ ਕਿ ਆਪਾਂ ਸ਼ੋ ਕਰੀਏ ਕਿ ਡਿਸਐਡਵਾਂਟੇजेस ਵੱਧ ਨੇ ਤੇ ਐਡਵਾਂਟੇजेस ਘੱਟ ਨੇ। ਸੋ ਵੀ ਹੈਵ ਟੂ ਡਿਸਕਸ ਦ ਡਿਸਐਡਵਾਂਟੇजेस ਐਂਡ ਐਡਵਾਂਟੇजेस ਆਫ ਕਮਿਊਨੀਕੇਸ਼ਨ ਟੈਕਨੋਲੋਜੀ। ਮੀਨਸ ਜਿਸ ਤਰੀਕੇ ਨਾਲ, ਜਿਸ ਟੈਕਨੋਲੋਜੀ ਨਾਲ ਆਪਾਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਦੇ ਹਾਂ, ਰਾਈਟ। ਸੋ ਜਦੋਂ ਵੀ ਆਪਾਂ ਇਹਦਾ ਇੰਟਰੋਡਕਸ਼ਨ ਨੂੰ ਲਿਖਣਾ ਹੈ, ਰਾਈਟ, ਐਜ਼ ਆਪਾਂ ਨੂੰ ਪਤਾ ਹੈ ਕਿ ਆਪਾਂ 100% ਵਨ ਸਾਈਡਡ ਓਪੀਨੀਅਨ ਹੀ ਪ੍ਰੈਜ਼ੈਂਟ ਕਰਨੀ ਹੈ, ਰਾਈਟ। ਸੋ ਇਸ ਟਾਸਕ ਦੇ ਨਾਲ ਮੈਂ 100% ਡਿਸਅਗਰੀ ਕਰੂੰਗੀ ਬਿਕਾਜ਼ ਕਮਿਊਨੀਕੇਸ਼ਨ ਟੈਕਨੋਲੋਜੀ ਦੇ ਐਡਵਾਂਟੇजेस ਵੱਧ ਨੇ ਤੇ ਡਿਸਐਡਵਾਂਟੇजेस ਘੱਟ ਨੇ। ਸੋ ਡੈਫੀਨੇਟਲੀ ਆਈ ਵੁੱਡ डिसअग्री, राइट। हुण मैं माइंड च रख ला कि मैं डिसअग्री करना है तो इंट्रोडक्शन च जिहड़ी भी थीसिस लाइन होगी वो मेरी डिसअग्री दे रिलेटेड होगी एंड जिहड़ी मैं रीफ्रेज करूँगी वो भी इस अकॉर्डिंगली करूँगी ताकि एग्जामिनर नूं बहुत क्लीयरली पता लग जाए कि मैं टास्क दे नाल डिसअग्री ही कर रही हूँ, राइट। सो आई वुड राइट द इंट्रोडक्शन लाइक दिस।
सो राइट जिमें कि ਆਪਾਂ ਇੱਥੇ ਮੇਨ ਪੁਆਇੰਟ ਦੇਖਿਆ ਸੀ ਕਿ ਦ ਰੈਪਿਡ ਡਿਵੈਲਪਮੈਂਟ ਰਾਈਟ ਸੋ ਵਾਈਲ ਰੀਫਰੇਜ਼ਿੰਗ ਕਿਉਂਕਿ ਰੈਪਿਡ ਡਿਵੈਲਪਮੈਂਟ ਹੈ ਸੋ ਵੀ ਕੈਨ ਆਲਸੋ ਰਾਈਟ ਦ ਅਬੰਡੈਂਸ ਆਫ ਪੋਰਟੇਬਲ ਕਮਿਊਨੀਕੇਸ਼ਨ ਟੈਕਨੋਲੋਜੀ ਰਾਈਟ ਪੋਰਟੇਬਲ ਦਾ ਮੀਨਿੰਗ ਹੁੰਦਾ ਹੈ ਕਿ ਜਿਹੜੀ ਚੀਜ਼ ਨੂੰ ਆਪਾਂ ਈਜ਼ੀਲੀ ਕੈਰੀ ਅਵੇ ਕਰ ਸਕਦੇ ਹਾਂ ਮੀਨਸ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਜਾ ਸਕਦੇ ਹਾਂ ਰਾਈਟ ਸੋ ਰੈਪਿਡ ਡਿਵੈਲਪਮੈਂਟ ਨੂੰ ਆਪਾਂ ਇੰਡੀਕੇਟ ਕਰਤਾ ਵਿਦ ਦ ਅਬੰਡੈਂਸ ਆਫ ਅਬੰਡੈਂਸ ਹੁੰਦਾ ਬਹੁਤਾਤ ਰਾਈਟ so with the abundance of portable communication technology these days there has been a discussion that discussion किस चीज़ दी है क्योंकि इत्थे आपां नूं दस्सिया सी कि इहदे फायदे नुकसान ने जिहड़े इहदे फायदियां तो घट ने राइट ज़्यादा ने सॉरी ठीक है सो वी कैन ऑल्सो राइट दैट देयर हैज़ बीन अ डिस्कशन दैट हुण डिसएडवांटेजेस नूं रीफ्रेज करके आपां डिसएडवांटेजेस की जगह की लिखता द नेगेटिव इफेक्ट्स ऑफ इंप्रूवमेंट इन इलैक्ट्रिकल डिवाइसिस क्योंकि आपां नूं इंडिकेट इत्थे करना पऊगा कि आपां किहदे नेगेटिव इफेक्ट्स की गल कर रहे हैं बिकॉज ये आपां पहलां इत्थे नहीं लिखिया हैगा राइट सो द नेगेटिव इफेक्ट्स ऑफ इंप्रूवमेंट इन इलैक्ट्रिकल डिवाइसिस आउटवे मोर देन दी जगह तुसीं की लिख सकदे हो आउटवे यू कैन ऑल्सो राइट आउटशाइंड instead of that right so outweigh the positive effects जिवें advantages ਦੇ ਨਾਲ disadvantages ਆਊਗਾ ਉਵੇਂ ਹੀ negative effects ਦੇ ਨਾਲ ਕੀ ਆਏਗਾ positive effects don't get confused ਕਿ ਇਹ positive negative development ਨਹੀਂ ਹੈ ਇਹਦੇ ਨਾਲ ਆਪਾਂ effects ਪਾਇਆ effects ਤੇ ਆਪਾਂ adjective ਦੱਸਿਆ ਕਿ effects negative ਨਹੀਂ ਹੈ effects positive ਨੇ ਜੋ ਕਿ ਆਪਾਂ replace ਕਰ ਸਕਦੇ ਹਾਂ disadvantages ਦੀ ਜਗ੍ਹਾ ਤੇ ਜਾਂ advantages ਦੀ ਜਗ੍ਹਾ ਤੇ right so ਹੁਣ ਜਿਵੇਂ ਮੈਂ ਕਿਹਾ ਸੀ ਕਿ ਆਪਾਂ ਇਸ ਟਾਸਕ ਦੇ ਨਾਲ 100% ਕੀ ਕਰ ਰਹੇ ਹਾਂ ਡਿਸਐਗਰੀ ਕਰ ਰਹੇ ਹਾਂ ਸੋ 100% ਡਿਸਐਗਰੀਮੈਂਟ ਸ਼ੋ ਕਰਨ ਦੇ ਲਈ we have to use the adverb completely I completely disagree with this opinion and you need to also present your own opinion because ਇਹ ਜਿਹੜਾ essay ਹੈ ਇਹ opinion based essay ਹੈ and ਇੱਥੇ ਉਹਨਾਂ ਨੇ ਪੁੱਛਿਆ do you ਇੱਥੇ ਆਪਣੀ ਓਪੀਨੀਅਨ ਪੁੱਛੀ ਗਈ ਹੈ ਰਾਈਟ ਸੋ ਇੰਟਰੋਡਕਸ਼ਨ ਦੀ ਥੀਸਿਸ ਲਾਈਨ ਦੇ ਵਿੱਚ ਆਪਾਂ ਇਹ ਵੀ ਲਿਖ ਸਕਦੇ ਹਾਂ ਕਿ ਆਪਾਂ ਇਸ ਓਪੀਨੀਅਨ ਦੇ ਨਾਲ ਡਿਸਐਗਰੀ ਕਿਉਂ ਕਰ ਰਹੇ ਹਾਂ ਰਾਈਟ ਸੋ ਵੀ ਵੁੱਡ ਰਾਈਟ ਆਈ ਕੰਪਲੀਟਲੀ ਡਿਸਐਗਰੀ ਵਿਦ ਦਿਸ ਓਪੀਨੀਅਨ ਐਜ਼ ਆਈ ਬਿਲੀਵ ਮੋਬਾਈਲ ਫੋਨਸ ਹੈਵ ਸਰਵਡ ਮੋਰ ਐਡਵਾਂਟੇजेस ਦੈਨ डिसएडवांटेजेस क्योंकि ਆਪਾਂ ਬਿਲੀਵ ਕਰਦੇ ਹਾਂ ਕਿ ਇਹਦੇ ਫਾਇਦੇ ਇਹਦੇ ਨੁਕਸਾਨਾਂ ਦੇ ਨਾਲੋਂ ਜ਼ਿਆਦਾ ਨੇ ਰਾਈਟ ਸੋ ਦਿਸ ਇਜ਼ ਹਾਊ ਵੀ ਰਾਈਟ ਇੰਟਰੋਡਕਸ਼ਨ ਦੈਨ ਹੁਣ ਜਦੋਂ ਆਪਾਂ ਆਈਡੀਆਜ਼ ਨੂੰ ਥਿੰਕ ਕਰ ਲਿਆ we have to go through the ideas and we have to write the body paragraph 1 and body paragraph 2 right ਸੋ ਟਾਸਕ ਰਿਸਪੌਂਸ ਨੂੰ ਪ੍ਰੈਜ਼ੈਂਟ ਕਰਨ ਦੇ ਲਈ ਆਪਾਂ ਇਹ ਚੀਜ਼ ਨੂੰ ਮਾਈਂਡ ਦੇ ਵਿੱਚ ਰੱਖਣਾ ਹੈ ਕਿ ਮੈਂ ਟਾਸਕ ਦੇ ਵਿੱਚ ਜੋ ਵੀ ਆਈਡੀਆ ਪ੍ਰੈਜ਼ੈਂਟ ਕਰ ਰਿਹਾ ਉਹ ਮੈਂ ਪੀਅਰ ਫਾਰਮੂਲਾ ਦੇ ਅਕੋਰਡਿੰਗਲੀ ਪ੍ਰੈਜ਼ੈਂਟ ਕਰੂੰਗਾ ਰਾਈਟ Peer means P for सब तो पहला तुसी point mention करना है then you have to elaborate the idea then you have to present example of the idea and you have to give result of the idea right so सब तो पहला body paragraph ਨੂੰ ਜਦੋਂ ਤੁਸੀਂ ਸ਼ੁਰੂ ਕਰਨਾ ਹੈ you have to place an connector ਤਾਂ ਕਿ ਤੁਹਾਨੂੰ a connector ਤਾਂ ਕਿ examiner ਨੂੰ ਬਹੁਤ clearly ਪਤਾ ਲੱਗ ਜਾਏ ਕਿ ਹੁਣ ਤੁਸੀਂ ਲਿਖਣ ਕੀ ਜਾ ਰਹੇ ਹੋ right so you can start like this alright so we have to start the body paragraph commencing with ਦਾ ਮਤਲਬ ਹੁੰਦਾ ਹੈ ਕਿ ਇਹਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਇਹਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ commencing with the disagreement ideas ਕਿ ਆਪਾਂ ਇਸ ਉਹਨਾਂ ਆਈਡੀਆਜ਼ ਨਾ ਕਿ ਜਿਹਦੇ ਕਰਕੇ ਆਪਾਂ ਇਹਦੇ ਨਾਲ ਡਿਸਐਗਰੀ ਕਰ ਰਹੇ ਹਾਂ ਮੀਨਸ ਟਾਸਕ ਦੇ ਨਾਲ ਆਪਾਂ ਡਿਸਐਗਰੀ ਕਰ ਰਹੇ ਹਾਂ ਰਾਈਟ ਜਿਹਦੇ ਵਿੱਚੋਂ ਫਸਟ ਐਂਡ ਦਾ ਫੋਰਮੋਸਟ ਇਜ਼ सब तो पहला आइडिया है the proliferation of social media and teleconferencing tools have drastically improved long distance communication so basically अपना main point की है कि ਜਿਹੜੀ communication technologies ਦੇ ਵਿੱਚ improvement आई है ਉਹਨੇ long distance communication ਨੂੰ ਕਾਫੀ improve ਕਰਤਾ ਹੈ right and that is because of social ਜੋ ਕਿ ਆਪਾਂ visibly ਦੇਖ ਸਕਦੇ ਹਾਂ due to spread of social media proliferation means ਕਿਸੇ ਚੀਜ਼ ਦਾ famous ਹੋਣਾ ਹੈ ਕਿਸੇ ਚੀਜ਼ ਦਾ ਜ਼ਿਆਦਾ popular ਹੋਣਾ right so social media is quite popular teleconferencing tools tele term ਜਿੱਥੇ ਵੀ यूज ਹੁੰਦੀ ਹੈ that is related to telephone and conferencing we can say ਕਿ ਆਪਾਂ group chats ਜਾਂ group calls ਕਰ ਸਕਦੇ ਹਾਂ right so ਇਹਨਾਂ ਚੀਜ਼ਾਂ ਤੋਂ ਇਹ ਚੀਜ਼ ਵਿਜ਼ੀਬਲੀ ਦੇਖੀ ਜਾ ਸਕਦੀ ਹੈ ਕਿ ਆਪਾਂ long distance communication ਨੂੰ ਕਾਫੀ ਈਜ਼ੀਲੀ ਅਸੈਸ ਕਰ ਸਕਦੇ ਹਾਂ ਰਾਈਟ ਤੇ ਇਹ ਹੋ ਗਿਆ ਆਪਣਾ ਮੇਨ ਪੁਆਇੰਟ ਜੋ ਕਿ ਆਪਣਾ ਮੇਨ ਪੁਆਇੰਟ ਹੈ ਕਿ ਲੌਂਗ ਡਿਸਟੈਂਸ ਕਮਿਊਨੀਕੇਸ਼ਨ ਕਾਫੀ ਇੰਪਰੂਵ ਹੋ ਗਈ ਹੁਣ ਆਪਾਂ ਇਹ ਦੱਸਣਾ ਹੈ ਕਿ ਇੰਪਰੂਵ ਕਰਨਾ ਹੈ ਕਿ ਕਿਵੇਂ ਲੌਂਗ ਡਿਸਟੈਂਸ ਕਮਿਊਨੀਕੇਸ਼ਨ ਕਾਫੀ ਇੰਪਰੂਵ ਹੋਈ ਹੈ ਰਾਈਟ ਐਜ਼ ਮੈਂ ਤੁਹਾਨੂੰ ਦੱਸਿਆ ਸੀ ਕਿ ਗ੍ਰਾਮੈਟੀਕਲ ਰੇਂਜ ਦੇ ਵਿੱਚ ਵੀ ਕੈਨ ਯੂਜ਼ ਦ ਸਟਰਕਚਰ ਆਫ ਇਨਸਪਾਇਰਡ ਹੋ ਇਸ ਦਾ ਮਤਲਬ ਹੁੰਦਾ ਇਸ ਦੇ ਬਾਵਜੂਦ ਰਾਈਟ in spite of far distances means ਕਾਫੀ distances and national boundaries mean ਜਿਹੜੇ ਆਪਣੇ ਵਿੱਚ border ਨੇ ਜੋ ਕਿ ਆਪਾਂ ਨੂੰ ਲਾਈਕ ਆਪਾਂ ਨੂੰ ਪਰਮਿਟ ਨਹੀਂ ਕਰਦੇ ਕਿ ਆਪਾਂ ਵਿਦਆਊਟ ਵੀਜ਼ਾ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾ ਸਕੀਏ ਰਾਈਟ ਸੋ in spite of
far distances and national boundaries, people are able to communicate with anyone with a few clicks of button via the portable devices कि ਇਹ ਹੋਣ ਦੇ ਬਾਵਜੂਦ ਵੀ ਆਪਾਂ ਇੱਕ ਕੁਝ ਕਲਿਕਸ ਦੇ ਨਾਲ ਮੀਨ ਜਸਟ ਕਲਿੱਕ ਕਰਕੇ ਵੀ ਆਪਾਂ ਬਹੁਤ ਸਾਰੇ ਲੋਕਾਂ ਨਾਲ ਕਮਿਊਨੀਕੇਟ ਕਰ ਸਕਦੇ ਹਾਂ। ਤਾਂ ਇਹ ਚੀਜ਼ ਪ੍ਰੂਵ ਕਰਦੀ ਹੈ ਕਿ ਵਾਕਈ ਹੀ ਲੌਂਗ ਡਿਸਟੈਂਸ ਕਮਿਊਨੀਕੇਸ਼ਨ ਕਾਫੀ ਈਜ਼ੀ ਹੋ ਚੁੱਕੀ ਹੈ, ਰਾਈਟ। ਸੋ ਅਗਰ ਆਪਾਂ ਇਹਦੀ ਐਗਜ਼ਾਮਪਲ ਪ੍ਰੈਜ਼ੈਂਟ ਕਰੀਏ, ਸੋ ਐਗਜ਼ਾਮਪਲ ਪ੍ਰੈਜ਼ੈਂਟ ਕਰਨ ਦੇ ਲਈ ਆਈ ਹੈਵ ਯੂਜ਼ਡ ਦ ਕਨੈਕਟਰ ਫॉर ਐਗਜ਼ਾਮਪਲ, ਰਾਈਟ। ਜਿਵੇਂ ਕਿ ਮੋਬਾਈਲ ਫੋਨਸ ਐਂਡ ਟੈਬਲੇਟਸ ਦੇ ਵਿੱਚ काफ़ी popular applications में, right? Mobile phones and tablets have enabled popular applications like Skype, FaceTime, etc. to be used to connect face to face, not only next door but also anywhere in the world, right? So example ਦੇ ਵਿੱਚ ਆਪਾਂ ਬਹੁਤ ਕਲੀਅਰਲੀ ਦੇਖ ਸਕਦੇ ਹਾਂ ਕਿ ਮੋਬਾਈਲ ਫੋਨ 'ਚ ਬਹੁਤ ਸਾਰੀਆਂ ਇਹੋ ਜਿਹੀ ਐਪਲੀਕੇਸ਼ਨਸ ਨੇ ਜਿਹੜੇ ਆਪਾਂ ਨੂੰ ਫੇਸ ਟੂ ਫੇਸ ਕਨੈਕਟ ਕਰਨ ਦੀ ਆਪਸ਼ਨ ਪ੍ਰੋਵਾਈਡ ਕਰਦੀਆਂ ਨੇ, ਨਾ ਹੀ ਸਿਰਫ ਆਪਣੇ ਗਵਾਂਢੀ ਦੇ ਨਾਲ ਮੀਨਸ ਨੈਕਸਟ ਡੋਰ but also anywhere in the world, ਨਾ ਹੀ ਸਿਰਫ ਆਪਣੇ ਨੈਕਸਟ ਡੋਰ ਪਰ ਆਪਾਂ ਪੂਰੀ ਦੁਨੀਆ ਦੇ ਵਿੱਚ ਵੀ ਇਹਨੂੰ ਅਵੇਲ ਕਰ ਸਕਦੇ ਹਾਂ, ਰਾਈਟ। ਸੋ ਇੱਥੇ ਆਪਾਂ ਇਸ ਪੈਰਾਗ੍ਰਾਫ ਦੇ ਵਿੱਚ ਆਪਾਂ ਬੇਸਿਕਲੀ ਮੇਨ ਕਨੈਕਟਰਸ ਯੂਜ਼ ਕੀਤੇ ਹੈ ਐਂਡ ਦੈਨ ਗ੍ਰਾਮੈਟੀਕਲ ਰੇਂਜ ਨੂੰ ਇੰਪਰੂਵ ਕਰਨ ਦੇ ਲਈ ਵੀ ਹੈਵ ਯੂਜ਼ਡ ਦ complex structures that is in spite of and not only but also। ਤਾਂ ਇੱਕ ਬੋਡੀ ਪੈਰਾਗ੍ਰਾਫ 'ਚ ਆਪਾਂ ਦੋ ਗ੍ਰਾਮੈਟੀਕਲ ਸਟਰਕਚਰ ਯੂਜ਼ ਕੀਤੇ ਨੇ to improve the grammatical range। Similarly, social media, teleconferencing tools drastically improved long distance communication, national boundaries, then we have next door, FaceTime, anywhere in the world, popular application। ਇਹ ਜਿੰਨੇ ਵੀ words ਨੇ ਇਹ ਸਾਰੇ lexical resources ਵਾਲੇ part ਨੂੰ contribute ਕਰਦੇ ਨੇ, right, ਜਿਹਦੇ ਨਾਲ ਆਪਣੇ vocabulary 'ਚੋਂ ਵੀ ਕਾਫੀ ਅੱਛੇ band score ਆ ਜਾਂਦੇ ਨੇ, right। ਸੋ ਹੁਣ ਆਪਾਂ ਇੱਕ ਵਿਊ ਪੁਆਇੰਟ ਮੈਂਸ਼ਨ ਕਰਤਾ, ਰਾਈਟ। ਹੁਣ ਇੱਥੇ ਆਪਾਂ ਸੋਚਣਾ ਹੈ ਕਿ ਮੇਰੇ ਬੋਡੀ ਪੈਰਾਗ੍ਰਾਫ ਦੀ ਲੈਂਥ ਜਾਂ ਜਿੰਨੇ ਵਰਡਸ ਮੈਂ ਫਸਟ ਬੋਡੀ ਪੈਰਾਗ੍ਰਾਫ 'ਚ ਲਿਖਣਾ ਚਾਹੁੰਦੀ ਸੀਗੀ ਉਹ ਕੰਪਲੀਟ ਹੋਏ ਨੇ ਜਾਂ ਨਹੀਂ ਹੋਏ, ਰਾਈਟ। ਤੁਹਾਨੂੰ ਲੱਗ ਰਿਹਾ ਕਿ ਹਜੇ ਬੋਡੀ ਪੈਰਾਗ੍ਰਾਫ ਦੀ ਲੈਂਥ ਹਜੇ ਛੋਟੀ ਹੈ, ਰਾਈਟ। ਸੋ ਇੱਕ ਇਹੋ ਜਿਹਾ ਹੋਰ ਆਈਡੀਆ ਥਿੰਕ ਕਰੋ ਜੋ ਸੇਮ ਇਸੇ ਨੂੰ ਹੀ ਲਿੰਕ ਕਰਦਾ ਹੋਵੇ, ਰਾਈਟ। ਸੋ ਜਿਵੇਂ ਆਪਾਂ ਦੇਖਿਆ ਕਿ ਲੌਂਗ ਡਿਸਟੈਂਸ ਕਮਿਊਨੀਕੇਸ਼ਨ ਇੰਪਰੂਵ ਹੋਈ ਹੈ ਬਟ ਇਹਦੇ ਨਾਲ ਇਹ ਕਾਫੀ ਚੀਪ ਵੀ ਹੋ ਚੁੱਕੀ ਹੈ, ਰਾਈਟ। ਤਾਂ ਇਹ ਵੀ ਇਹਦੇ ਨਾਲ ਲਿੰਕਿੰਗ ਆਈਡੀਆ ਹੀ ਹੈ। ਸੋ ਸਿਮਿਲਰ ਕਾਈਂਡ ਆਫ ਆਈਡੀਆ ਨੂੰ ਪ੍ਰੈਜ਼ੈਂਟ ਕਰਨ ਦੇ ਲਈ ਵੀ ਕੈਨ ਯੂਜ਼ ਦ ਕਨੈਕਟਰ ਲਾਈਕਵਾਈਜ਼, ਰਾਈਟ। ਸੋ ਲਾਈਕਵਾਈਜ਼ ਲਿਖ ਕੇ ਆਪਾਂ ਸੈਕੰਡ ਆਈਡੀਆ ਨੂੰ ਪ੍ਰੈਜ਼ੈਂਟ ਕਰਾਂਗੇ ਲਾਈਕ ਦਿਸ। So likewise, long distance communication has also become much cheaper, right? So ਇਹ ਦੋ points ਨੂੰ prove ਕਰਕੇ ਆਪਾਂ mobile phones ਦੇ ਜਾਂ communication technology ਦੇ benefits ਦੱਸੇ ਨੇ and ਇਹਦੇ ਨਾਲ ਕੀ ਆਪਾਂ advantages ਨੂੰ show ਕਰਦਾ, right? Now we will move on to body paragraph number 2. So ਕਿਉਂਕਿ ਆਪਾਂ 100% ਡਿਸਐਗਰੀ ਹੀ ਕਰ ਰਹੇ ਸੀ ਤਾਂ ਨੈਕਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਵੀ ਆਪਾਂ ਪੋਜ਼ਿਟਿਵ ਪੁਆਇੰਟਸ ਨੂੰ ਹੀ ਕੈਰੀ ਫਾਰਵਰਡ ਕਰਾਂਗੇ ਐਂਡ ਜਦੋਂ ਆਪਾਂ ਸੇਮ ਟਾਈਪ ਆਫ ਦੇ ਪੁਆਇੰਟਸ ਹੀ ਨੈਕਸਟ ਬੋਡੀ ਪੈਰਾਗ੍ਰਾਫ 'ਚ ਲਿਖ ਰਹੇ ਹਾਂ ਤਾਂ ਆਪਾਂ ਇੱਕ ਸੀਕੁਐਂਸ ਬਣਾਉਂਦੇ ਹਾਂ ਐਂਡ ਇਸ ਸੀਕੁਐਂਸ ਨੂੰ ਮੇਨਟੇਨ ਕਰਨ ਦੇ ਲਈ ਵੀ ਯੂਜ਼ ਦ ਕਨੈਕਟਰ ਸਬਸੀਕੁਐਂਟਲੀ ਮੀਨਸ ਇਸੇ ਤਰ੍ਹਾਂ ਹੀ, ਰਾਈਟ। ਸੋ ਵੀ ਵਿਲ ਰਾਈਟ ਦ ਨੈਕਸਟ ਪੁਆਇੰਟ। Right, so subsequently there is no doubt how beneficial communication technology has been। इथे आपा questionable structure बनाया है which is another structure to improve the score in grammatical range। So how beneficial means कितना फायदेमंद है communication technology, इधे विच कोई भी शक नहीं है, right। Whether business sector or educational sector, whether or structure, it is also another structure to improve band score and grammatical range। whether means चाहे A या A, right। चाहे बिजनेस सैक्टर होवे या एजुकेशनल सैक्टर होवे, इलैक्ट्रॉनिक गैजेट्स ने अपनी एफिशिएंसी हर जगह ते प्रूव की है, राइट। whether business sector or educational sector, electronic gadgets have proven their efficiency everywhere। For instance, इस point the example की है during corona pandemic when schools, colleges and offices were closed, work as well as study were conducted online using mobile phones, tablet and the
इंटरनेट। आप डेफिनेटली कम्युनिकेशन टैक्नोलॉजी का बेनीफिट दसना है तो करोना पैंडमिक तो वध बेनीफिट आप अज के टाइम किते भी देख नहीं सकते, क्योंकि एवरीथिंग वॉज स्टक, कोई भी काम नहीं हो रहा सी। दैन दे गॉट द ऑप्शन कि आप इंटरनेट या मोबाइल फोन या टैबलेट में यूज़ करके ऑनलाइन स्टडी कंडक्ट कर सकीए या वर्क फ्रॉम होम की ऑप्शन अवेल कर सकीए, ताकि आप करोना पैंडमिक नाल ज़्यादा इफेक्ट ना होइए, राइट। सो ये भी की है, दिस इज़ अनदर बेनीफिट ऑफ इंप्रूवड कम्युनिकेशन टैक्नोलॉजी। सिमिलरली सो इस तरह ही अपना नैक्सट पॉइंट की है कि बिजनेसिज एंड एजुकेशन सैक्टर के नाल बिजनेसिज नूं होर की फायदा होया दैट हुण जिवें आपां पिछले बॉडी पैराग्राफ दे विच वी हैव यूज द कनैक्टर लाइक वाइज, उस तरह अगर आप नैक्सट बॉडी पैराग्राफ दे विच एक सैकेंड पॉइंट नूं मैंशन करना है जो कि सेम कैटेगरी नूं ही बिलोंग करते, बिकॉज इन फर्स्ट पॉइंट ऑल्सो वी हैव मैंशन अबाउट बिजनेस सैक्टर। सो इहदे विच भी आपां बिजनेसिज की गल करनी है, वी कैन यूज द कनैक्टर अलॉन्ग विद दिस, राइट। Many businesses expanded globally and developed a network of customers without any face-to-face interaction, means just communication technology ਨੂੰ यूज़ करते हुए आप फेस टू फेस इंटरैक्शन के नाल ही बिजनेसिस काफ़ी ज़्यादा की हो चुके हैं, एक्सपैंड हो चुके हैं। डोंट फॉरगेट कि फेस टू फेस इज़ अ हाइफनेटेड नाउन, ये विदाउट हाइफनस एक वर्ड नहीं है, ये हाइफन लगाना जरूरी ही है, राइट। सो ये तो हो गया आप सारे पॉइंट्स नूं दसता कि ये फायदे ने, राइट। बट आर मेन टॉपिक वॉज दैट disadvantages, more disadvantages than advantages. We were disagree with this statement, so आप advantages ज़्यादा लिखे ने, means we still need to mention one or two disadvantages to prove our point. ਆਪਾਂ ਨੂੰ disadvantages भी लिखने ही पैणगे, right। so ਜਦੋਂ ਆਪਾਂ सारे points एडवांटेजेस दे लिख रहे हैं एंड जो आप हुण डिसएडवांटेजेस लिखने, सो वी हैव टू यूज अ कनैक्टर ऑफ क्लॉज, राइट, जो कि ओपोजिशन नू शो करता है। सो फॉर दैट पर्पस वी कैन यूज द कनैक्टर हाउ एवर विच इंडिकेट्स द ऑपोजिट साइड ऑफ वन आर्गुमेंट, राइट। सो द नेगेटिव पॉइंट वुड बी so when we are writing negative points, so we can use the connector however. The development of anti-social behavior has arisen from the revolution of technology, right, कि technology ਦੇ ਵਿੱਚ क्रांति, revolution word is used for क्रांति, right। so technology ਦੇ ਵਿੱਚ क्रांति आने ਦੇ ਨਾਲ जो development है anti social behavior, means anti social behavior, असमाजिक behavior, चाहे वो youngsters है चाहे वो adults है, वो काफ़ी ज़्यादा ਵੱਧ चुके हैं, right। जिमें कि as increased reliance on mobile phones has changed the way of communication, जिमें कि ਜਿਹੜੀ increased reliance है, reliance means dependency है टेक्नोलॉजी ਦੇ ਉੱਤੇ, ਉਹਨੇ ਆਪਣੇ communication ਦੇ method ਨੂੰ completely change ਕਰ ਦਿੱਤਾ है, right। similarly ਇਸੇ ਤਰੀਕੇ ਦੇ ਨਾਲ ਜੋ negative point है, इसी तरीके के नाल जो नेगेटिव पॉइंट है, लाइक द साइबर क्राइम एंड साइबर बुलिंग हैव बिकम कॉमन ऑन सोशल वैबसाइट्स। कम्युनिकेशन दे विच इंप्रूवमेंट दे नाल फायदे दे नाल नाल नुकसान सब तो वड्डा यही होया है कि साइबर क्राइम बढ़ चुके हैं एंड साइबर बुलिंग बहुत ज़्यादा होने लग गया, राइट। सो जो आप एक पॉइंट डिसएडवांटेजेस का मैंशन करता, नाउ वी हैव टू राइट द कंक्लूजन। सो कंक्लूजन च बेसिकली आप उही लिखते होंगे जो आप बॉडी पैराग्राफ 1 या 2 दे विच लिखिया होंदा है, राइट। सो वी हैव रिटन मोर एडवांटेजेस एंड लेस डिसएडवांटेजेस, राइट। एंड जो एडवांटेजेस आप लिखे सीगे वो लोगों दियां कम्युनिकेटिंग हैबिट्स के उत्ते एंड उन्होंने काम करना सौखा हो गया एंड पढ़ना सौखा हो गया, मेनली यही एडवांटेजेस लिखे सी, राइट। सो वी वुड राइट द कंक्लूजन अकॉर्डिंगली। To recapitulate, after analyzing all the aspects, it is clear that the demerits means disadvantages of communication technology are undeniable, means ਆਪਾਂ ਇਸ ਦੇ disadvantages ਨੂੰ deny नहीं कर सकते। however पर due to its positive influence on किस दे ऊपर main points ही अपने people's interacting habits and working efficiency, right। so ਇਹਦਾ positive influence ਸੀਗਾ people ਦੀ interacting habits ਤੇ and ਇਹਦੀ working efficiency ਤੇ। I believe that benefits eclipsed the drawbacks. Eclipsed word is used for outweighed, outshine. In the words the replacement you can use the word eclipsed, right। so that was all about to what extent do you agree or disagree essay। so that is all about to what extent do you agree or disagree essay, but still there is more, right। so I hope ਤੁਹਾਡੇ ਇਸ ਵੀਡੀਓ ਦੇ ਨਾਲ ਕਾਫੀ ਸਾਰੇ ਡਾਊਟਸ ਟਾਸਕ 2 ਨੂੰ ਲੈ ਕੇ ਕਲੀਅਰ ਹੋ ਗਏ ਹੋਣਗੇ, but still if you have any doubt then drop me your doubt in comment section। ਮੈਂ ਪੜ੍ਹ ਕੇ ਉਹਨਾਂ ਦਾ ਰਿਪਲਾਈ ਕਰਨ ਦੀ ਡੈਫੀਨੇਟਲੀ ਟਰਾਈ ਕਰੂੰਗੀ ਐਂਡ ਆਈ ਹੋਪ ਕਿ ਅੱਗੇ ਵੀ ਮੈਂ ਤੁਹਾਡੇ ਡਾਊਟਸ ਕਲੀਅਰ ਕਰਦੀ ਰਹਾਂ, ਰਾਈਟ। ਸੋ subscribe my channel, press the bell icon and don't forget to like my video if you liked it। thank you।